ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ। ਮੂਸੇਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ, ਜਦਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ ਸੀ। ਸਭ ਦੇ ਗਨਮੈਨ ਵਾਪਸ ਮੰਗਾਏ, 2-2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ। ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇ ਵਾਪਸ ਕਰ ਲਿਆ। ਕਿਸੇ ਦੀ ਸਿਕਿਉਰਿਟੀ ਬਾਈ ਨੇ ਵਾਪਸ ਨਹੀਂ ਹੋਈ, ਸਾਡੀ ਹੋਈ ਪਹਿਲੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ। मैं गड्डी पिछे लाउंदा सी, बदकिस्मती नाल मेरी गड्डी का मगरला टायर पैंचर हो गया। मैं 5-4 मिनट अगे, मैनूं कहंदा बस सर गया इनू अंदर ला दे बापू, अंदर ला दे। मैं अंदर लाउण लग गया, उन्हें गड्डी का गेयर लाता। 8 मिनटां बाद फोन आ गया भी फायरिंग हो गई। सो ये तो दुख दी गल्लां भरावो, सारा दिन करी जाइए मुकणियां नहीं। जिन्नी जोगा हाँ, जिन्नी क परमात्मा ने सवासां दी पूंजी दित्ती है, थोड़ी सेवा च रहूँगा। इस काम चों हराम है जे 1 रुपया भी कदे खावां, क्योंकि मैं देना किनूं है, मैं तो थोड़े जोगे नहीं। बस एक ये है कि मैं घरे बहना कंधां नूं वेख के मेरा दिन नहीं लंघदी, मेरा रात नहीं लंघदा। जदों मैं थोड़े च आ जाना, गल्ली बाती माड़ा दिन लंघ जांदा, रात लंघ जांदी है। दिने गेड़ा गूड़ा दे के थक जाने, जाके नींद आ जाती है, नींद आ जाती है, सुपने च आ जाता है। औखा बहुत है जिंदगी, किवें रूढ़ूगी हाले मैनूं भी नहीं पता, पर कोशिश कर रहा मैनूं आम वांगू लोकां वांगू मैं भी थोड़े बहुत ਉਹਨੂੰ ਸਮਾਜਿਕ ਉਨਤਾਈਆਂ ਦਾ ਵੀ ਪੋਲੀਟਿਕਸ ਦੇ ਵਿੱਚ ਕੀ ਚੱਲਦਾ ਇੰਨਾ ਉਹਨੂੰ ਗਿਆਨ ਨਹੀਂ ਸੀ। ਪਰ ਉਹਨੇ ਇਲੈਕਸ਼ਨ ਦੇ ਵਿੱਚ ਜੋ ਕੁਝ ਵੇਖਿਆ, ਜਿਹੜਾ ਮੌਜੂਦਾ ਸਿਸਟਮ ਹੈ, ਉਹਨੂੰ ਸ਼ਾਇਦ ਪੂਰਾ ਵਧੀਆ ਨਹੀਂ ਲੱਗਿਆ। ਉਹ ਵੀ ਯਾਰ ਲੋਕ ਯਕੀਨ ਨਹੀਂ ਕਰਦੇ। ਜਿਹੜੀ ਗੱਲ ਮੈਂ ਕਹਿੰਦਾ, ਉਹਨੂੰ ਮਤਲਬ ਅਸੀਂ ਥਾਈਆਂ ਤੇ ਜਾਂ ਨਿੱਕੀ ਮੋਟੀ ਗਲੀ ਕੂਚਿਆਂ 'ਤੇ ਖੜ੍ਹੇ ਹਾਂ ਹਾਲੇ ਤੱਕ। ਉਹ ਚਾਹੁੰਦਾ ਸੀ ਵੀ ਮੇਥੋਂ ਇਹ ਘੱਟੋ ਘੱਟ ਜੇ ਮੰਗਣ ਤਾਂ ਕੋਈ ਕੈਂਸਰ ਹਸਪਤਾਲ ਮੰਗਣ, ਜਾਂ ਕੋਈ ਕਾਲਜ ਮੰਗਣ, ਯੂਨੀਵਰਸਿਟੀ ਮੰਗਣ, ਵੀ ਜਿੱਥੋਂ ਮੇਰੇ ਪਰਿਵਾਰ 'ਤੇ ਲਾ ਲਓ ਤੁਸੀਂ। ਮੈਂ ਇੱਕ ਲੇਬਰ ਕਲਾਸ ਦਾ ਬੰਦਾ, ਨੀਚੇ 40 ਸਾਲ ਮੇਰੀ ਮਾਂ ਨੇ ਸਟਰਗਲ ਕੀਤੀ, 30-35 ਸਾਲ ਮੇਰੀ ਲਾਈਫ ਦੇ ਮੈਂ ਪੂਰਾ ਐਨ ਘੁਲਿਆ, ਪਰ ਪੈਰ ਪੂਰੇ ਨਹੀਂ ਆਏ ਜਦ। ਪਰ ਜੇ ਗੁਰਬਤ 'ਚੋਂ ਕੱਢਿਆ ਤਾਂ ਐਜੂਕੇਸ਼ਨ ਨੇ ਕੱਢਿਆ। ਅਸੀਂ ਦੋਨੇ ਭਰਾ ਹੌਲੀ ਹੌਲੀ ਗੌਰਮੈਂਟ ਜੋਬ 'ਚ ਆ ਗਏ। ਅਸੀਂ ਅੱਗੇ ਆਪ ਦੀ ਅਗਲੀ ਪੀੜ੍ਹੀ ਨੂੰ ਕੋਈ B.Tech, ਕੋਈ ਇਲੈਕਟ੍ਰੀਕਲ, ਕੋਈ ਸਾਰੇ 5 ਜਵਾਕ ਆ ਸਾਡੇ। ਅੱਜ 5 ਇੰਜੀਨੀਅਰ ਸੀਗੇ, ਚਲੋ ਇੱਕ ਤਾਂ ਚਲਾ ਗਿਆ, 4 ਰਹਿ ਗਏ। ਨੂੰਹਾਂ ਪੁੱਤ ਸਾਰੇ ਇੰਜੀਨੀਅਰ ਨੇ। ਯਾਨੀ ਜੇ ਦਸ਼ਾ ਪਰਿਵਾਰ ਦੀ ਬਦਲੀ ਤਾਂ ਐਜੂਕੇਸ਼ਨ ਤੋਂ ਬਦਲੀ। ਬਾਕੀ ਦਾ ਬੰਦਾ ਮਾੜਾ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ, ਮਾੜਾ ਹੰਢਾ ਕੇ ਵੀ ਟਾਈਮ ਪਾਸ ਕਰ ਲੈਂਦਾ। ਘੱਟ ਸਹੂਲਤਾਂ ਨਾਲ ਵੀ ਜ਼ਿੰਦਗੀ ਜੂਈ ਜਾਂਦੀ ਹੈ। ਬੰਦਾ 100 AC 'ਚ ਵੀ ਜਾਂਦਾ, 100 ਫਰਾਟਾ ਪੱਖਾ ਲਾ ਕੇ ਵੀ ਜਾਂਦਾ। ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਂਦਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਉਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਆਪਾਂ ਨੂੰ ਵੋਟ ਕੌਣ ਪਾਊਗਾ, ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਵੀ ਬੋਲ ਜਾਂਦੇ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਤੇ ਹੋਇਆ ਦੇਖੋ ਆਪਣੇ ਨਜਾਇਜ਼ ਧੱਕਾ। मैं उदे भोग से भी बेनती करी, मैं गुरु ग्रंथ साहब हथ करके कहे भी मेरे परिवार का किसी की जान लैन नाल जां किसी माड़े बंदे नाल संपर्क होवे, मैं कहना सानू नरकां दे विच ढोई ना दे। बस अपना कसूर इन्ना ही सी भी सधारण परिवार च उठ के बच्चे ने तरक्की इन्नी ज़्यादा कर ली भी वो लोग नहीं कह सकता मैं भी थोड़े ਜਿਹੜੇ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਦੇ ਕੈਰੀਅਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ।
ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ। ਹੌਲੀ 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 ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ ਆਪਾਂ ਪੁਲਿਸ ਲਈ ਜਵਾਬਦੇ ਹਾਂ, ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ। ਕੋਈ ਬੰਦਾ ਜੇ ਕਿਤੇ ਗਲਤੀ ਲੱਗਦੀ ਹੈ ਮੇਰੇ ਖਿਲਾਫ ਕੰਪਲੇਂਟ ਹੋਵੇ ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਨਾ। ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ ਔਰ ਉਹਨਾਂ ਕੋਲੇ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ ਹੈ, ਉਹਨਾਂ ਕੋਲੇ ਪੱਖ ਕਿਹਦੇ ਕੋਲੇ ਰੱਖੀਏ? ਇਹ ਕਿਹੜਾ ਇੱਕ ਹੈ? ਇੱਕ ਕੋਲੇ ਜਾ ਕੇ ਗੋਡੇ ਰਗੜ ਦਾਂਗੇ ਫਿਰ ਦੂਜਾ ਬੰਦੂਕ ਲੈ ਕੇ ਆ ਜੂ, ਜੇ ਦੂਜੇ ਕੋਲੇ ਵਗ ਜਾਂਗੇ ਫਿਰ ਤੀਜਾ ਆ ਜੂ। ਕਿੰਨੇ ਗਰੁੱਪ ਹੈ, ਕੀ ਕੁਛ ਚੱਲੀ ਜਾਂਦਾ ਹੈ। ਇਹ ਭਰਾ ਮਾਰੂ ਜੰਗ ਹੈ ਭਰਾਵੋ। ਦੇਖੋ ਨਾ ਕੋਈ ਲੀਡਰ ਮਰੇ ਨਾ ਕੋਈ ਗੈਂਗਸਟਰ ਮਰੇ, ਮਰਦੇ ਕਿਹਦੇ ਆ? ਸਾਡੇ ਆਮ ਘਰਾਂ ਦੇ ਜਵਾਕ। ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ ਅਸੀਂ ਸਿੱਧੂ ਦਾ ਬਦਲਾ ਲੈ ਲਿਆ, ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ, ਕੱਲ੍ਹ ਨੂੰ ਕਿਸੇ ਦਾ ਹੋਰ ਲੈ ਲੈਣਗੇ। ਭਾਈ ਤੁਸੀਂ ਆਪਸ 'ਚ ਬਦਲੇ ਕਿਉਂ ਨਹੀਂ ਲੈਂਦੇ? ਸਾਡੇ ਘਰ ਕਿਉਂ ਪੜਦੇ ਹੋ? ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ? ਮੇਰੀ ਤਾਂ ਜਾੜੀ ਪੱਟਤੀ ਹੈ, ਮੇਰੇ ਕੋਲੇ ਬਚਿਆ ਕੀ ਹੈ? ਯਕੀਨ ਮੰਨਿਓ ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ। ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ 1.25 ਰੁਪਈਆ ਫੀਸ ਨਹੀਂ ਮਿਲੀ। ਸ਼ੁੱਕਰਵਾਰ ਤੱਕ ਸਕੂਲ ਜਾਂਦਾ, ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢੋਂਦਾ। ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ। ਅੱਜ ਸਿੱਧੂ ਦੀ ਚੜ੍ਹਾਈ ਵੇਖ ਲਈ, ਅੱਜ ਉਹਨੂੰ ਮਾਰਨ ਤੁਰਦੇ ਔਰ 50-60 ਬੰਦੇ ਉਹਨੂੰ ਮਾਰਨ ਤੇ ਲੱਗੇ। ਸਾਡੇ ਗੱਲ ਚੇਤੇ ਵਿੱਚ ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ, ਮੈਂ ਕੀ ਵੋਟਾਂ 'ਚੋਂ ਲੈਣਾ ਸੀ? ਮੈਂ ਕੀ ਉਹਦੇ 'ਚੋਂ? ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ, 8 ਵਾਰ ਹੱਥ ਮਿਲਾ ਕੇ ਤੁਰ ਗਏ, ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਉਹਨਾਂ ਨੇ GRE ਪਿਆ ਵੀ ਤੇ ਫੈਰ ਕਰ ਦਿੱਤੀ। ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ? ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ, ਮੈਨੂੰ ਹਾਰ ਤੋਂ ਨਹੀਂ, ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੰਗਾ। ਚਲੋ ਮਾਲਕ ਦੀ ਕਿਰਪਾ ਰਹੀ, ਆਪਾਂ ਪਤਾ ਲੱਗਦਾ ਰਿਹਾ, ਆਪਾਂ ਉਹ 'ਚ ਬਚ ਗਏ। ਪਰ ਉਹਨਾਂ ਨੇ ਮੇਰਾ ਖਹਿੜਾ ਫਿਰ ਵੀ ਨਹੀਂ ਛੱਡਿਆ। ਰਹਿੰਦੀ ਹੁੰਦੀ ਕਸਰ ਸਰਕਾਰ ਨੇ ਕੱਢਤੀ ਭਰਾਵੋ। ਸਿਕਿਉਰਿਟੀ ਵੀ ਵਾਪਸ ਲੈ ਲਈ ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ। ਮੂਸੇ ਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ, ਜਦ ਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ ਸੀ। ਸਭ ਦੇ ਗਨਮੈਨ ਵਾਪਸ ਮੰਗਾਏ, 2-2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ। ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇਮ ਵਾਪਸ ਕਰ ਲਿਆ। ਕਿਸੇ ਦੀ ਸਿਕਿਉਰਿਟੀ ਬਾਈ ਨੇਮ ਵਾਪਸ ਨਹੀਂ ਹੋਈ, ਸਾਡੀ ਹੋਈ ਕੱਲੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ। ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗਾ, ਉਹਨੇ ਗੱਡੀ ਦਾ ਗੇਅਰ ਲਾਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ। ਜਿੰਨੀ ਜੋਗਾ ਹਾਂ, ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇ 1 ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਨਹੀਂ। ਬਸ ਇੱਕ ਇਹ ਹੈ ਕਿ ਮੈਂ ਘਰੇ ਬਹਿਣਾ, ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਜਦੋਂ ਮੈਂ ਤੁਹਾਡੇ 'ਚ ਆ ਜਾਂਦਾ, ਗੱਲੀ ਬਾਤੀ ਮਾੜਾ ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ। ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦੇ, ਜਾ ਕੇ ਨੀਂਦ ਆ ਜਾਂਦੀ ਹੈ। ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ, ਜ਼ਿੰਦਗੀ ਕਿਵੇਂ ਰੁੜੂਗੀ ਹਾਲੇ ਮੈਨੂੰ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ ਮੈਨੂੰ ਆਪ ਵਾਂਗੂ ਲੋਕਾਂ ਵਾਂਗੂ ਮੈਂ ਵੀ ਤੁਹਾਡੇ ਕੋਲ ਜਿੰਨਾ ਵੀ ਆਪਾਂ ਇਕੱਠਾ ਕਰਕੇ ਦੁਬਾਰੇ ਸਟਾਰਟ ਕਰ ਸਕਦੇ। ਆਪਦੀ ਪੂਰੀ ਵਾਹ ਲਾਊਂਗਾ ਕਿ ਤੁਹਾਡੇ ਨਾਲ ਜਿਵੇਂ ਸਿੱਧੂ ਚਾਹੁੰਦਾ ਸੀ, ਜੋ ਕੁਛ ਉਹਦੇ ਮਨ ਦੇ ਬਲਬਲੇ ਸੀ ਜਾਂ ਮੇਰੇ ਨਾਲ ਸਾਂਝੇ ਕਰਦਾ ਸੀ, ਆਪਾਂ ਜੇ ਕਰਾਂਗੇ, ਆਪਾਂ ਉਹ ਕਰਾਂਗੇ। ਆਪਾਂ ਇਲੈਕਸ਼ਨ ਹਾਰੇ ਵੀ, ਪਰ ਹਾਰਨ ਤੋਂ ਬਾਅਦ ਵੀ ਉਹ ਹਤਾਸ਼ ਤਾਂ ਹੋਇਆ ਇੱਕ ਵਾਰ। ਉਸ ਤੋਂ ਬਾਅਦ ਦੁਬਈ ਗਿਆ, ਦੁਬਈ ਸ਼ੋਅ ਲਾ ਕੇ ਆਇਆ ਦੁਬਾਰੇ। ਮੈਨੂੰ ਸਮਝਾਉਣ ਲੱਗ ਗਿਆ, ਕਹਿੰਦਾ ਤੁਸੀਂ ਦਿਮਾਗ 'ਤੇ ਨਾ ਵਜਨ ਪਾਇਓ ਵੀ ਆਪਾਂ ਇਹਨਾਂ ਖਰਚ ਵੀ ਕਰਤਾ ਅਤੇ ਆਪਾਂ ਹਾਰ ਵੀ ਗਏ। ਆਪਾਂ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਲੜਨੀ, ਔਰ ਆਪਾਂ ਇਲੈਕਸ਼ਨ ਲੜਨਾ ਉਹਦੇ ਬਰਾਬਰ ਜ਼ਰੂਰ ਖੜਿਆ ਕਰਾਂਗੇ। ਕਿਉਂਕਿ ਕੁਛ ਲੋਕਾਂ ਦਾ ਵਤੀਰਾ ਉਹਨੇ ਨੋਟ ਕੀਤਾ, ਉਹ ਹਾਲੇ ਕਾਗਜ਼ ਵਰਗਾ ਕੋਰਾ ਸੀ ਉਹ, ਕਿਉਂਕਿ +2 ਤੱਕ ਪੜ੍ਹਦਾ ਰਿਹਾ
ਉਹਨੂੰ ਸਮਾਜਿਕ ਉਨਤਾਈਆਂ ਦਾ ਵੀ ਪੋਲਿਟਿਕਸ ਦੇ ਵਿੱਚ ਕੀ ਚੱਲਦਾ ਇੰਨਾ ਉਹਨੂੰ ਗਿਆਨ ਨਹੀਂ ਸੀ, ਪਰ ਉਹਨੇ ਇਲੈਕਸ਼ਨ ਦੇ ਵਿੱਚ ਜੋ ਕੁਝ ਵੇਖਿਆ, ਜਿਹੜਾ ਮੌਜੂਦਾ ਸਿਸਟਮ ਹੈ ਉਹਨੂੰ ਸ਼ਾਇਦ ਪੂਰਾ ਵਧੀਆ ਨਹੀਂ ਲੱਗਿਆ। ਉਹ ਵੀ ਯਾਰ ਲੋਕ ਯਕੀਨ ਨਹੀਂ ਕਰਦੇ, ਜਿਹੜੀ ਗੱਲ ਮੈਂ ਕਹਿੰਦਾ ਉਹਨੂੰ ਮਤਲਬ ਅਸੀਂ ਥਾਈਆਂ ਤੇ ਜਾਂ ਨਿੱਕੀ ਮੋਟੀ ਗਲੀ ਕੂਚਿਆਂ ਤੇ ਖੜੇ ਹਾਂ ਹਾਲੇ ਤੱਕ। ਉਹ ਚਾਹੁੰਦਾ ਸੀ ਵੀ ਮੇਥੋਂ ਇਹ ਘੱਟੋ ਘੱਟ ਜੇ ਮੰਗਣ ਤਾਂ ਕੋਈ ਕੈਂਸਰ ਹਸਪਤਾਲ ਮੰਗਣ ਜਾਂ ਕੋਈ ਕਾਲਜ ਮੰਗਣ, ਯੂਨੀਵਰਸਿਟੀ ਮੰਗਣ, ਵੀ ਜਿੱਥੋਂ ਮੇਰੇ ਪਰਿਵਾਰ 'ਤੇ ਲਾ ਲਓ ਤੁਸੀਂ। ਮੈਂ ਇੱਕ ਲੇਬਰ ਕਲਾਸ ਦਾ ਬੰਦਾ, ਨੀਚੇ 40 ਸਾਲ ਮੇਰੀ ਮਾਂ ਨੇ ਸਟਰਗਲ ਕੀਤੀ, 30-35 ਸਾਲ ਮੇਰੀ ਲਾਈਫ ਦੇ ਮੈਂ ਪੂਰਾ ਐਨ ਘੁਲਿਆ, ਪਰ ਪੈਰ ਪੂਰੇ ਨਹੀਂ ਆਏ ਜਦ। ਪਰ ਜੇ ਗੁਰਬਤ 'ਚੋਂ ਕੱਢਿਆ ਤਾਂ ਐਜੂਕੇਸ਼ਨ ਨੇ ਕੱਢਿਆ। ਅਸੀਂ ਦੋਨੇ ਭਰਾ ਹੌਲੀ ਹੌਲੀ ਗੌਰਮੈਂਟ ਜੋਬ 'ਚ ਆ ਗਏ। ਅਸੀਂ ਅੱਗੇ ਆਪ ਦੀ ਅਗਲੀ ਪੀੜ੍ਹੀ ਨੂੰ ਕੋਈ B.Tech, ਕੋਈ ਇਲੈਕਟ੍ਰੀਕਲ, ਕੋਈ ਸਾਰੇ 5 ਜਵਾਕ ਆ ਸਾਡੇ, ਅੱਜ 5 ਇੰਜੀਨੀਅਰ ਸੀਗੇ, ਚਲੋ ਇੱਕ ਤਾਂ ਚਲਾ ਗਿਆ, 4 ਰਹਿ ਗਏ। ਨੂੰਹਾਂ ਪੁੱਤ ਸਾਰੇ ਇੰਜੀਨੀਅਰ ਨੇ। ਯਾਨੀ ਜੇ ਦਸ਼ਾ ਪਰਿਵਾਰ ਦੀ ਬਦਲੀ ਤਾਂ ਐਜੂਕੇਸ਼ਨ ਤੋਂ ਬਦਲੀ। ਬਾਕੀ ਦਾ ਬੰਦਾ ਮਾੜਾ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ, ਮਾੜਾ ਹੰਢਾ ਕੇ ਵੀ ਟਾਈਮ ਪਾਸ ਕਰ ਲੈਂਦਾ, ਘੱਟ ਸਹੂਲਤਾਂ ਨਾਲ ਵੀ ਜ਼ਿੰਦਗੀ ਜੂਈ ਜਾਂਦੀ ਹੈ। ਬੰਦਾ 100 AC 'ਚ ਵੀ ਜਾਂਦਾ, 100 ਫਰਾਟਾ ਪੱਖਾ ਲਾ ਕੇ ਵੀ ਜਾਂਦਾ। ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਂਦਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਉਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਐ ਆਪਾਂ ਨੂੰ ਵੋਟ ਕੌਣ ਪਾਊਗਾ, ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਹੀ ਬੋਲ ਜਾਂਦੇ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਤੇ ਹੋਇਆ ਦੇਖੋ ਆਪਣੇ ਨਜਾਇਜ਼ ਧੱਕਾ। ਮੈਂ ਉਹਦੇ ਭੋਗ 'ਤੇ ਵੀ ਬੇਨਤੀ ਕਰੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹੇ ਸੀ ਵੀ ਮੇਰੇ ਪਰਿਵਾਰ ਦਾ ਕਿਸੇ ਦੀ ਜਾਨ ਲੈਣ ਨਾਲ ਜਾਂ ਕਿਸੇ ਮਾੜੇ ਬੰਦੇ ਨਾਲ ਸੰਪਰਕ ਹੋਵੇ, ਮੈਂ ਕਹਿੰਦਾ ਸਾਨੂੰ ਨਰਕਾਂ ਦੇ ਵਿੱਚ ਢੋਈ ਨਾ ਦੇ। ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ 'ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਲੋਕਾਂ ਦੀਆਂ, ਲੋਕ ਨਹੀਂ ਕਹਿ ਸਕਦਾ ਮੈਂ, ਵੀ ਥੋੜ੍ਹੇ ਜਿਹੜੇ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਦੇ ਕੈਰੀਅਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ। ਹੌਲੀ 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 ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ, ਆਪਾਂ ਪੁਲਿਸ ਲਈ ਜਵਾਬਦੇ ਹਾਂ, ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ। ਕੋਈ ਬੰਦਾ ਜੇ ਕਿਤੇ ਗਲਤੀ ਲੱਗਦੀ ਹੈ, ਮੇਰੇ ਖਿਲਾਫ ਕੰਪਲੇਂਟ ਹੋਵੇ, ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਨੂੰ। ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ, ਹੁਣ ਉਹਨਾਂ ਕੋਲੇ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ ਹੈ, ਉਹਨਾਂ ਕੋਲੇ ਪੱਖ ਕਿਹਦੇ ਕੋਲੇ ਰੱਖੀਏ? ਇਹ ਕਿਹੜਾ ਇੱਕ ਹੈ? ਇੱਕ ਕੋਲੇ ਜਾ ਕੇ ਗੋਡੇ ਰਗੜ ਦਾਂਗੇ, ਫਿਰ ਦੂਜਾ ਬੰਦੂਕ ਲੈ ਕੇ ਆ ਜੂ, ਜੇ ਦੂਜੇ ਕੋਲੇ ਵਗ ਜਾਂਗੇ ਫਿਰ ਤੀਜਾ ਆ ਜੂ। ਕਿੰਨੇ ਗਰੁੱਪ ਹੈ, ਕੀ ਕੁਛ ਚੱਲੀ ਜਾਂਦਾ ਹੈ। ਇਹ ਭਰਾ ਮਾਰੂ ਜੰਗ ਹੈ ਭਰਾਵੋ। ਦੇਖੋ ਨਾ ਕੋਈ ਲੀਡਰ ਮਰੇ, ਨਾ ਕੋਈ ਗੈਂਗਸਟਰ ਮਰੇ, ਮਰਦੇ ਕਿਹਦੇ? ਸਾਡੇ ਆਮ ਘਰਾਂ ਦੇ ਜਵਾਕ। ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ ਅਸੀਂ ਸਿੱਧੂ ਦਾ ਬਦਲਾ ਲੈ ਲਿਆ, ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ, ਕੱਲ੍ਹ ਨੂੰ ਕਿਸੇ ਦਾ ਹੋਰ ਲੈ ਲੈਣਗੇ। ਭਾਈ ਤੁਸੀਂ ਆਪਸ 'ਚ ਬਦਲੇ ਕਿਉਂ ਨਹੀਂ ਲੈਂਦੇ? ਸਾਡੇ ਘਰ ਕਿਉਂ ਪੜਦੇ ਹੋ? ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ? ਮੇਰੀ ਤਾਂ ਜਾੜੀ ਪੱਟਤੀ ਹੈ, ਮੇਰੇ ਕੋਲੇ ਬਚਿਆ ਕੀ ਹੈ? ਯਕੀਨ ਮੰਨਿਓ, ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ। ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ ਸਵਾ ਰੁਪਈਆ ਫੀਸ ਨਹੀਂ ਮਿਲੀ। ਸ਼ੁੱਕਰਵਾਰ ਤੱਕ ਸਕੂਲ ਜਾਂਦਾ, ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢਾਉਂਦਾ। ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ। ਅੱਜ ਸਿੱਧੂ ਦੀ ਚੜ੍ਹਾਈ ਵੇਖ ਲਈ, ਅੱਜ ਉਹਨੂੰ ਮਾਰਨ ਤੁਰਦੇ, ਪਰ 50-60 ਬੰਦੇ ਉਹਨੂੰ ਮਾਰਨ ਤੇ ਲੱਗੇ। ਸਾਡੇ ਗੱਲ ਚੇਤੇ ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ, ਮੈਂ ਕੀ ਵੋਟਾਂ 'ਚੋਂ ਲੈਣਾ ਸੀ? ਮੈਂ ਕੀ ਉਹਦੇ 'ਚੋਂ? ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ, 8 ਵਾਰ ਹੱਥ ਮਿਲਾ ਕੇ ਤੁਰ ਗਏ, ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਮੈਨੂੰ GRE ਪਿਆ ਵੀ ਤੇ ਫੈਰ ਕਰ ਦਿੱਤੀ। ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ? ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ, ਮੈਨੂੰ ਹਾਰ ਤੋਂ ਨਹੀਂ, ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੰਗਾ। ਚਲੋ ਮਾਲਕ ਦੀ ਕਿਰਪਾ ਰਹੀ, ਆਪਾਂ ਪਤਾ ਲੱਗਦਾ ਰਿਹਾ, ਆਪਾਂ ਉਹ 'ਚ ਬਚ ਗਏ, ਪਰ ਉਹਨਾਂ ਨੇ ਮੇਰਾ ਖਹਿੜਾ ਫਿਰ ਵੀ ਨਹੀਂ ਛੱਡਿਆ। ਰਹਿੰਦੀ ਖੁੰਦੀ ਸਰਕਾਰ ਨੇ ਕੱਢਤੀ ਭਰਾਵੋ, ਸਿਕਿਉਰਿਟੀ ਵੀ ਵਾਪਸ ਲੈ ਲਈ ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ। ਮੂਸੇ ਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ, ਜਦਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ ਸੀ। ਸਭ ਦੇ ਗਨਮੈਨ ਵਾਪਸ ਮੰਗਾਏ, 2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ।
ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇਮ ਵਾਪਸ ਕਰ ਲਿਆ। ਕਿਸੇ ਦੀ ਸਿਕਿਉਰਿਟੀ ਬਾਈ ਨੇਮ ਵਾਪਸ ਨਹੀਂ ਹੋਈ, ਸਾਡੀ ਹੋਈ ਕੱਲੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ। ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗਾ, ਉਹਨੇ ਗੱਡੀ ਦਾ ਗੇਅਰ ਲਾਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ। ਜਿੰਨੀ ਯੋਗਾ ਹਾਂ, ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇ 1 ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਨਹੀਂ। ਬਸ ਇੱਕ ਇਹ ਹੈ ਕਿ ਮੈਂ ਘਰੇ ਬਹਿਣਾ, ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਜਦੋਂ ਮੈਂ ਤੁਹਾਡੇ 'ਚ ਆ ਜਾਂਦਾ, ਗੱਲੀ ਬਾਤੀ ਮਾੜਾ ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ। ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦੇ, ਜਾ ਕੇ ਨੀਂਦ ਆ ਜਾਂਦੀ ਹੈ। ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ ਜ਼ਿੰਦਗੀ, ਕਿਵੇਂ ਰੁਕੂਗੀ ਹਾਲੇ ਮੈਨੂੰ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਆਮ ਵਾਂਗੂ, ਲੋਕਾਂ ਵਾਂਗੂ ਮੈਂ ਵੀ ਤੁਹਾਡੇ ਕੋਲ ਜਿੰਨਾ ਵੀ ਆਪਾਂ ਇਕੱਠਾ ਕਰਕੇ ਦੁਬਾਰੇ ਸਟਾਰਟ ਕਰ ਸਕਦੇ। ਆਪਦੀ ਪੂਰੀ ਵਾਹ ਲਾਊਂਗਾ ਕਿ ਤੁਹਾਡੇ ਨਾਲ ਜਿਵੇਂ ਸਿੱਧੂ ਚਾਹੁੰਦਾ ਸੀ, ਜੋ ਕੁਛ ਉਹਦੇ ਮਨ ਦੇ ਬਲਬਲੇ ਸੀ ਜਾਂ ਮੇਰੇ ਨਾਲ ਸਾਂਝੇ ਕਰਦਾ ਸੀ, ਆਪਾਂ ਜੇ ਕਰਾਂਗੇ, ਆਪਾਂ ਉਹ ਕਰਾਂਗੇ। ਆਪਾਂ ਇਲੈਕਸ਼ਨ ਹਾਰੇ ਵੀ, ਪਰ ਹਾਰਨ ਤੋਂ ਬਾਅਦ ਵੀ ਉਹ ਹਤਾਸ਼ ਤਾਂ ਹੋਇਆ ਇੱਕ ਵਾਰ। ਉਸ ਤੋਂ ਬਾਅਦ ਦੁਬਈ ਗਿਆ, ਦੁਬਈ ਸ਼ੋਅ ਲਾ ਕੇ ਆਇਆ ਦੁਬਾਰੇ। ਮੈਨੂੰ ਸਮਝਾਉਣ ਲੱਗ ਗਿਆ, ਕਹਿੰਦਾ ਤੁਸੀਂ ਦਿਮਾਗ 'ਤੇ ਨਾ ਵਜਨ ਪਾਇਓ ਵੀ ਆਪਾਂ ਇਹਨਾਂ ਖਰਚ ਵੀ ਕਰਤਾ ਅਤੇ ਆਪਾਂ ਹਾਰ ਵੀ ਗਏ। ਆਪਾਂ ਇਸ ਤੋਂ ਬਾਅਦ ਇਲੈਕਸ਼ਨ ਹੀ ਲੜਨੀ, ਔਰ ਆਪਾਂ ਇਲੈਕਸ਼ਨ ਲੜਨਾ ਉਹਦੇ ਬਰਾਬਰ ਜ਼ਰੂਰ ਖੜਿਆ ਕਰਾਂਗੇ। ਕਿਉਂਕਿ ਕੁਛ ਲੋਕਾਂ ਦਾ ਵਤੀਰਾ ਉਹਨੇ ਨੋਟ ਕੀਤਾ, ਉਹ ਹਾਲੇ ਕਾਗਜ਼ ਵਰਗਾ ਕੋਰਾ ਸੀ ਉਹ, ਕਿਉਂਕਿ +2 ਤੱਕ ਪੜ੍ਹਦਾ ਰਿਹਾ। ਉਹਨੂੰ ਸਮਾਜਿਕ ਉਣਤਾਈਆਂ ਦਾ ਵੀ, ਪੋਲੀਟਿਕਸ ਦੇ ਵਿੱਚ ਕੀ ਚੱਲਦਾ ਇੰਨਾ ਉਹਨੂੰ ਗਿਆਨ ਨਹੀਂ ਸੀ। ਪਰ ਉਹਨੇ ਇਲੈਕਸ਼ਨ ਦੇ ਵਿੱਚ ਜੋ ਕੁਛ ਵੇਖਿਆ, ਜਿਹੜਾ ਮੌਜੂਦਾ ਸਿਸਟਮ ਹੈ, ਉਹਨੂੰ ਸ਼ਾਇਦ ਪੂਰਾ ਵਧੀਆ ਨਹੀਂ ਲੱਗਿਆ। ਉਹ ਵੀ ਯਾਰ ਲੋਕ ਯਕੀਨ ਨਹੀਂ ਕਰਦੇ, ਜਿਹੜੀ ਗੱਲ ਮੈਂ ਕਹਿੰਦਾ ਉਹਨੂੰ। ਮਤਲਬ ਅਸੀਂ ਥਾਈਆਂ 'ਤੇ ਜਾਂ ਨਿੱਕੀ ਮੋਟੀ ਗਲੀ ਕੂਚਿਆਂ 'ਤੇ ਖੜ੍ਹੇ ਹਾਂ ਹਾਲੇ ਤੱਕ। ਉਹ ਚਾਹੁੰਦਾ ਸੀ ਵੀ ਮੇਥੋਂ ਇਹ ਘੱਟੋ ਘੱਟ ਜੇ ਮੰਗਣ ਤਾਂ ਕੋਈ ਕੈਂਸਰ ਹਸਪਤਾਲ ਮੰਗਣ, ਜਾਂ ਕੋਈ ਕਾਲਜ ਮੰਗਣ, ਯੂਨੀਵਰਸਿਟੀ ਮੰਗਣ, ਵੀ ਜਿੱਥੋਂ ਮੇਰੇ ਪਰਿਵਾਰ 'ਤੇ ਲਾ ਲਓ ਤੁਸੀਂ। ਮੈਂ ਇੱਕ ਲੇਬਰ ਕਲਾਸ ਦਾ ਬੰਦਾ, ਨੀਚੇ 40 ਸਾਲ ਮੇਰੀ ਮਾਂ ਨੇ ਸਟਰਗਲ ਕੀਤੀ, 30-35 ਸਾਲ ਮੇਰੀ ਲਾਈਫ ਦੇ ਮੈਂ ਪੂਰਾ ਐਨ ਘੁਲਿਆ, ਪਰ ਪੈਰ ਪੂਰੇ ਨਹੀਂ ਆਏ ਜਦ। ਪਰ ਜੇ ਗੁਰਬਤ 'ਚੋਂ ਕੱਢਿਆ ਤਾਂ ਐਜੂਕੇਸ਼ਨ ਨੇ ਕੱਢਿਆ। ਅਸੀਂ ਦੋਨੇ ਭਰਾ ਹੌਲੀ ਹੌਲੀ ਗੌਰਮੈਂਟ ਜੋਬ 'ਚ ਆ ਗਏ। ਅਸੀਂ ਅੱਗੇ ਆਪ ਦੀ ਅਗਲੀ ਪੀੜ੍ਹੀ ਨੂੰ, ਕੋਈ B.Tech, ਕੋਈ ਇਲੈਕਟ੍ਰੀਕਲ, ਕੋਈ ਸਾਰੇ 5 ਜਵਾਕ ਆ ਸਾਡੇ। ਅੱਜ 5 ਇੰਜੀਨੀਅਰ ਸੀਗੇ, ਚਲੋ ਇੱਕ ਤਾਂ ਚਲਾ ਗਿਆ, 4 ਰਹਿ ਗਏ। ਨੂੰਹਾਂ ਪੁੱਤ ਸਾਰੇ ਇੰਜੀਨੀਅਰ ਨੇ। ਯਾਨੀ ਜੇ ਦਸ਼ਾ ਪਰਿਵਾਰ ਦੀ ਬਦਲੀ ਤਾਂ ਐਜੂਕੇਸ਼ਨ ਤੋਂ ਬਦਲੀ। ਬਾਕੀ ਦਾ ਬੰਦਾ ਮਾੜਾ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ, ਮਾੜਾ ਹੰਢਾ ਕੇ ਵੀ ਟਾਈਮ ਪਾਸ ਕਰ ਲੈਂਦਾ। ਘੱਟ ਸਹੂਲਤਾਂ ਨਾਲ ਵੀ ਜ਼ਿੰਦਗੀ ਜੂਈ ਜਾਂਦੀ ਹੈ। ਬੰਦਾ 100 AC 'ਚ ਵੀ ਜਾਂਦਾ, 100 ਫਰਾਟਾ ਪੱਖਾ ਲਾ ਕੇ ਵੀ ਜਾਂਦਾ। ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਂਦਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਉਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਆਪਾਂ ਨੂੰ ਵੋਟ ਕੌਣ ਪਾਊਗਾ, ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਵੀ ਬੋਲ ਜਾਂਦੇ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਤੇ ਹੋਇਆ ਦੇਖੋ ਆਪਣੇ ਨਜਾਇਜ਼ ਧੱਕਾ ਹੈ। ਮੈਂ ਉਹਦੇ ਭੋਗ 'ਤੇ ਵੀ ਬੇਨਤੀ ਕਰੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹੇ ਸੀ ਵੀ ਮੇਰੇ ਪਰਿਵਾਰ ਦਾ ਕਿਸੇ ਦੀ ਜਾਨ ਲੈਣ ਨਾਲ ਜਾਂ ਕਿਸੇ ਮਾੜੇ ਬੰਦੇ ਨਾਲ ਸੰਪਰਕ ਹੋਵੇ, ਮੈਂ ਕਹਿੰਦਾ ਸਾਨੂੰ ਨਰਕਾਂ ਦੇ ਵਿੱਚ ਢੋਈ ਨਾ ਦੇ। ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ 'ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਲੋਕਾਂ ਦੀਆਂ, ਲੋਕ ਨਹੀਂ ਕਹਿ ਸਕਦਾ ਮੈਂ, ਵੀ ਥੋੜ੍ਹੇ ਜਿਹੜੇ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਦੇ ਕੈਰੀਅਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ। ਹੌਲੀ 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 ਹੌਲੀ
ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ ਆਪਾਂ ਪੁਲਿਸ ਲਈ ਜਵਾਬਦੇ ਹਾਂ, ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ। ਕੋਈ ਬੰਦਾ ਜੇ ਕਿਤੇ ਗਲਤੀ ਲੱਗਦੀ ਹੈ ਮੇਰੇ ਖਿਲਾਫ ਕੰਪਲੇਂਟ ਹੋਵੇ, ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਨਾ। ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ, ਔਰ ਉਹਨਾਂ ਕੋਲੇ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ ਹੈ, ਉਹਨਾਂ ਕੋਲੇ ਪੱਖ ਕਿਹਦੇ ਕੋਲੇ ਰੱਖੀਏ? ਇਹ ਕਿਹੜਾ ਇੱਕ ਹੈ? ਇੱਕ ਕੋਲੇ ਜਾ ਕੇ ਗੋਡੇ ਰਗੜ ਦਾਂਗੇ, ਫਿਰ ਦੂਜਾ ਬੰਦੂਕ ਲੈ ਕੇ ਆ ਜੂ, ਜੇ ਦੂਜੇ ਕੋਲੇ ਵਗ ਜਾਂਗੇ ਫਿਰ ਤੀਜਾ ਆ ਜੂ। ਕਿੰਨੇ ਗਰੁੱਪ ਹੈ, ਕੀ ਕੁਛ ਚੱਲੀ ਜਾਂਦਾ ਹੈ। ਇਹ ਭਰਾ ਮਾਰੂ ਜੰਗ ਹੈ ਭਰਾਵੋ। ਦੇਖੋ ਨਾ ਕੋਈ ਲੀਡਰ ਮਰੇ, ਨਾ ਕੋਈ ਗੈਂਗਸਟਰ ਮਰੇ, ਮਰਦੇ ਕਿਹਦੇ? ਸਾਡੇ ਆਮ ਘਰਾਂ ਦੇ ਜਵਾਕ। ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ ਅਸੀਂ ਸਿੱਧੂ ਦਾ ਬਦਲਾ ਲੈ ਲਿਆ, ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ, ਕੱਲ੍ਹ ਨੂੰ ਕਿਸੇ ਦਾ ਹੋਰ ਲੈ ਲੈਣਗੇ। ਭਾਈ ਤੁਸੀਂ ਆਸ 'ਚ ਬਦਲੇ ਕਿਉਂ ਨਹੀਂ ਲੈਂਦੇ? ਸਾਡੇ ਘਰ ਕਿਉਂ ਪੜਦੇ ਹੋ? ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ? ਮੇਰੀ ਤਾਂ ਜਾੜੀ ਪੱਟਤੀ ਹੈ, ਮੇਰੇ ਕੋਲੇ ਬਚਿਆ ਕੀ ਹੈ? ਯਕੀਨ ਮੰਨਿਓ, ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ। ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ ਸਵਾ ਰੁਪਈਆ ਫੀਸ ਨਹੀਂ ਮਿਲੀ। ਸ਼ੁੱਕਰਵਾਰ ਤੱਕ ਸਕੂਲ ਜਾਂਦਾ, ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢਾਉਂਦਾ। ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ। ਅੱਜ ਸਿੱਧੂ ਦੀ ਝਲਾਈ ਵੇਖ ਲਈ, ਅੱਜ ਉਹਨੂੰ ਮਾਰਨ ਤੁਰ ਪਏ। ਔਰ 50-60 ਬੰਦੇ ਉਹਨੂੰ ਮਾਰਨ ਤੇ ਲੱਗੇ। ਸਾਡੇ ਗੱਲ ਚੇਤੇ ਵੀ ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ, ਮੈਂ ਕੀ ਵੋਟਾਂ 'ਚੋਂ ਲੈਣਾ ਸੀ? ਮੈਂ ਕੀ ਉਹਦੇ 'ਚੋਂ? ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ, 8 ਵਾਰ ਹੱਥ ਮਿਲਾ ਕੇ ਤੁਰ ਗਏ, ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਮੈਨੂੰ GRE ਪਿਆ ਵੀ ਤੇ ਫੈਰ ਕਰ ਦਿੱਤੀ। ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ? ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ, ਮੈਨੂੰ ਹਾਰ ਤੋਂ ਨਹੀਂ, ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੰਗਾ। ਚਲੋ ਮਾਲਕ ਦੀ ਕਿਰਪਾ ਰਹੀ, ਆਪਾਂ ਪਤਾ ਲੱਗਦਾ ਰਿਹਾ, ਆਪਾਂ ਉਹ 'ਚੋਂ ਬਚ ਗਏ। ਪਰ ਉਹਨਾਂ ਨੇ ਮੇਰਾ ਖਹਿੜਾ ਫਿਰ ਵੀ ਨਹੀਂ ਛੱਡਿਆ। ਰਹਿੰਦੀ ਖੂੰਹਦੀ ਕਸਰ ਸਰਕਾਰ ਨੇ ਕੱਢਤੀ ਭਰਾਵੋ। ਸਿਕਿਉਰਿਟੀ ਵੀ ਵਾਪਸ ਲੈ ਲਈ ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ। ਮੂਸੇ ਵਾਲੀ ਦੇ ਡੇਰਾ ਸਵਾਮੀ ਦੀ ਸਿਕਿਉਰਿਟੀ ਵਾਪਸ ਲੈ ਲਈ, ਜਦਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ ਸੀ। ਸਭ ਦੇ ਗਨਮੈਨ ਵਾਪਸ ਮੰਗਾਏ, 2-2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ। ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇਮ ਵਾਪਸ ਕਰ ਲਿਆ। ਕਿਸੇ ਦੀ ਸਿਕਿਉਰਿਟੀ ਬਾਈ ਨੇਮ ਵਾਪਸ ਨਹੀਂ ਹੋਈ, ਸਾਡੀ ਹੋਈ ਕੱਲੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ। ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗਾ, ਉਹਨੇ ਗੱਡੀ ਦਾ ਗੇਅਰ ਲਾਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ। ਜਿੰਨੀ ਜੋਗਾ ਹਾਂ, ਜਿੰਨੀ ਕੁ ਪ੍ਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇ 1 ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਹੀ ਹਾਂ। ਬਸ ਇੱਕ ਇਹ ਹੈ, ਜੇ ਮੈਂ ਘਰੇ ਬਹਿਣਾ ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਜਦੋਂ ਮੈਂ ਤੁਹਾਡੇ 'ਚ ਆ ਜਾਂਦਾ, ਗੱਲੀ ਬਾਤੀ ਮਾੜਾ ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ। ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦੇ, ਜਾ ਕੇ ਨੀਂਦ ਆ ਜਾਂਦੀ ਹੈ। ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ ਜ਼ਿੰਦਗੀ, ਕਿਵੇਂ ਰੂਹੂਗੀ ਹਾਲੇ ਮੈਨੂੰ ਵੀ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ ਮੈਨੂੰ ਆਮ ਵਾਂਗੂ, ਲੋਕਾਂ ਵਾਂਗੂ ਮੈਂ ਵੀ ਤੁਹਾਡੇ ਕੋਲ ਜਿੰਨਾ ਵੀ ਆਪਾਂ ਇਕੱਠਾ ਕਰਕੇ ਦੁਬਾਰੇ ਸਟਾਰਟ ਕਰ ਸਕਦੇ। ਆਪਦੀ ਪੂਰੀ ਵਾਹ ਲਾਊਂਗਾ ਕਿ ਤੁਹਾਡੇ ਨਾਲ ਜਿਵੇਂ ਸਿੱਧੂ ਚਾਹੁੰਦਾ ਸੀ, ਜੋ ਕੁਛ ਉਹਦੇ ਮਨ ਦੇ ਬਲਬਲੇ ਸੀ ਜਾਂ ਮੇਰੇ ਨਾਲ ਸਾਂਝੇ ਕਰਦਾ ਸੀ, ਆਪਾਂ ਜੇ ਕਰਾਂਗੇ, ਆਪਾਂ ਉਹ ਕਰਾਂਗੇ। ਆਪਾਂ ਇਲੈਕਸ਼ਨ ਹਾਰੇ ਵੀ, ਪਰ ਹਾਰਨ ਤੋਂ ਬਾਅਦ ਵੀ ਉਹ ਹਤਾਸ਼ ਤਾਂ ਹੋਇਆ ਇੱਕ ਵਾਰ। ਉਸ ਤੋਂ ਬਾਅਦ ਦੁਬਈ ਗਿਆ, ਦੁਬਈ ਸ਼ੋਅ ਲਾ ਕੇ ਆਇਆ ਦੁਬਾਰੇ। ਮੈਨੂੰ ਸਮਝਾਉਣ ਲੱਗ ਗਿਆ, ਕਹਿੰਦਾ ਤੁਸੀਂ ਦਿਮਾਗ 'ਤੇ ਨਾ ਵਜਨ ਪਾਇਓ ਵੀ ਆਪਾਂ ਇਹਨਾਂ ਖਰਚ ਵੀ ਕਰਤਾ ਤੇ ਆਪਾਂ ਹਾਰ ਵੀ ਗਏ। ਆਪਾਂ ਇਸ ਤੋਂ ਬਾਅਦ ਇਲੈਕਸ਼ਨ ਨਹੀਂ ਲੜਨੀ, ਔਰ ਆਪਾਂ ਇਲੈਕਸ਼ਨ ਲੜਨਾ ਉਹਦੇ ਬਰਾਬਰ ਜ਼ਰੂਰ ਖੜਿਆ ਕਰਾਂਗੇ। ਕਿਉਂਕਿ ਕੁਛ ਲੋਕਾਂ ਦਾ ਵਤੀਰਾ ਉਹਨੇ ਨੋਟ ਕੀਤਾ, ਉਹ ਹਾਲੇ ਕਾਗਜ਼ ਵਰਗਾ ਕੋਰਾ ਸੀ ਉਹ, ਕਿਉਂਕਿ +2 ਤੱਕ ਪੜ੍ਹਦਾ ਰਿਹਾ। ਉਹਨੂੰ ਸਮਾਜਿਕ ਉਣਤਾਈਆਂ ਦਾ ਵੀ, ਪੋਲੀਟਿਕਸ ਦੇ ਵਿੱਚ ਕੀ ਚੱਲਦਾ, ਇੰਨਾ ਉਹਨੂੰ ਗਿਆਨ ਨਹੀਂ ਸੀ। ਪਰ ਉਹਨੇ ਇਲੈਕਸ਼ਨ ਦੇ ਵਿੱਚ ਜੋ ਕੁਛ ਵੇਖਿਆ,
ਜਿਹੜਾ ਮੌਜੂਦਾ ਸਿਸਟਮ ਹੈ ਉਹਨੂੰ ਸ਼ਾਇਦ ਪੂਰਾ ਵਧੀਆ ਨਹੀਂ ਲੱਗਿਆ। ਉਹ ਵੀ ਯਾਰ ਲੋਕ ਯਕੀਨ ਨਹੀਂ ਕਰਦੇ। ਜਿਹੜੀ ਗੱਲ ਮੈਂ ਕਹਿੰਦਾ ਉਹਨੂੰ ਮਤਲਬ ਅਸੀਂ ਥਾਈਆਂ ਤੇ ਜਾਂ ਨਿੱਕੀ ਮੋਟੀ ਗਲੀ ਕੂਚਿਆਂ ਤੇ ਖੜੇ ਹਾਂ ਹਾਲੇ ਤੱਕ। ਉਹ ਚਾਹੁੰਦਾ ਸੀ ਵੀ ਮੇਥੋਂ ਇਹ ਘੱਟੋ ਘੱਟ ਜੇ ਮੰਗਣ ਤਾਂ ਕੋਈ ਕੈਂਸਰ ਹਸਪਤਾਲ ਮੰਗਣ ਜਾਂ ਕੋਈ ਕਾਲਜ ਮੰਗਣ, ਯੂਨੀਵਰਸਿਟੀ ਮੰਗਣ, ਵੀ ਜਿੱਥੋਂ ਮੇਰੇ ਪਰਿਵਾਰ 'ਤੇ ਲਾ ਲਓ ਤੁਸੀਂ। ਮੈਂ ਇੱਕ ਲੇਬਰ ਕਲਾਸ ਦਾ ਬੰਦਾ ਨੀਚੇ 40 ਸਾਲ ਮੇਰੀ ਮਾਂ ਨੇ ਸਟਰਗਲ ਕੀਤੀ, 30-35 ਸਾਲ ਮੇਰੀ ਲਾਈਫ ਦੇ ਮੈਂ ਪੂਰਾ ਐਨ ਘੁਲਿਆ, ਪਰ ਪੈਰ ਪੂਰੇ ਨਹੀਂ ਆਏ ਜਦ। ਪਰ ਜੇ ਗੁਰਬਤ ਚੋਂ ਕੱਢਿਆ ਤਾਂ ਐਜੂਕੇਸ਼ਨ ਨੇ ਕੱਢਿਆ। ਅਸੀਂ ਦੋਨੇ ਭਰਾ ਹੌਲੀ ਹੌਲੀ ਗੌਰਮੈਂਟ ਜੋਬ 'ਚ ਆ ਗਏ। ਅਸੀਂ ਅੱਗੇ ਆਪਦੀ ਅਗਲੀ ਪੀੜ੍ਹੀ ਨੂੰ ਕੋਈ B.Tech, ਕੋਈ ਇਲੈਕਟ੍ਰੀਕਲ, ਕੋਈ ਸਾਰੇ 5 ਜਵਾਕ ਆ ਸਾਡੇ। ਅੱਜ 5 ਇੰਜੀਨੀਅਰ ਸੀਗੇ, ਚਲੋ ਇੱਕ ਤਾਂ ਚਲਾ ਗਿਆ, 4 ਰਹਿ ਗਏ। ਨੂੰਹਾਂ ਪੁੱਤ ਸਾਰੇ ਇੰਜੀਨੀਅਰ ਨੇ। ਯਾਨੀ ਜੇ ਦਸ਼ਾ ਪਰਿਵਾਰ ਦੀ ਬਦਲੀ ਤਾਂ ਐਜੂਕੇਸ਼ਨ ਤੋਂ ਬਦਲੀ। ਬਾਕੀ ਦਾ ਬੰਦਾ ਮਾੜਾ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ, ਮਾੜਾ ਹੰਢਾ ਕੇ ਵੀ ਟਾਈਮ ਪਾਸ ਕਰ ਲੈਂਦਾ। ਘੱਟ ਸਹੂਲਤਾਂ ਨਾਲ ਵੀ ਜ਼ਿੰਦਗੀ ਜੂਈ ਜਾਂਦੀ ਹੈ। ਬੰਦਾ 100 AC 'ਚ ਵੀ ਜਾਂਦਾ, 100 ਫਰਾਟਾ ਪੱਖਾ ਲਾ ਕੇ ਵੀ ਜਾਂਦਾ। ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਂਦਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਉਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਐ ਆਪਾਂ ਨੂੰ ਵੋਟ ਕੌਣ ਪਾਊਗਾ, ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਹੀ ਬੋਲ ਜਾਂਦੇ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਤੇ ਹੋਇਆ ਦੇਖੋ ਆਪਣੇ ਨਜਾਇਜ਼ ਧੱਕਾ ਹੈ। ਮੈਂ ਉਹਦੇ ਭੋਗ 'ਤੇ ਵੀ ਬੇਨਤੀ ਕਰੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹੇ ਸੀ ਵੀ ਮੇਰੇ ਪਰਿਵਾਰ ਦਾ ਕਿਸੇ ਦੀ ਜਾਨ ਲੈਣ ਨਾਲ ਜਾਂ ਕਿਸੇ ਮਾੜੇ ਬੰਦੇ ਨਾਲ ਸੰਪਰਕ ਹੋਵੇ, ਮੈਂ ਕਹਿੰਦਾ ਸਾਨੂੰ ਨਰਕਾਂ ਦੇ ਵਿੱਚ ਢੋਈ ਨਾ ਦੇ। ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ 'ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਲੋਕਾਂ ਦੀਆਂ, ਲੋਕ ਨਹੀਂ ਕਹਿ ਸਕਦਾ ਮੈਂ, ਵੀ ਥੋੜ੍ਹੇ ਜਿਹੜੇ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਦੇ ਕੈਰੀਅਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ। ਹੌਲੀ 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 ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ ਆਪਾਂ ਪੁਲਿਸ ਲਈ ਜਵਾਬਦੇ ਹਾਂ, ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ। ਕੋਈ ਬੰਦਾ ਜੇ ਕਿਤੇ ਗਲਤੀ ਲੱਗਦੀ ਹੈ, ਮੇਰੇ ਖਿਲਾਫ ਕੰਪਲੇਂਟ ਹੋਵੇ, ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਨਾ। ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ, ਔਰ ਉਹਨਾਂ ਕੋਲੇ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ ਹੈ, ਉਹਨਾਂ ਕੋਲੇ ਪੱਖ ਕਿਹਦੇ ਕੋਲੇ ਰੱਖੀਏ? ਇਹ ਕਿਹੜਾ ਇੱਕ ਹੈ? ਇੱਕ ਕੋਲੇ ਜਾ ਕੇ ਗੋਡੇ ਰਗੜ ਦਾਂਗੇ ਫਿਰ ਦੂਜਾ ਬੰਦੂਕ ਲੈ ਕੇ ਆ ਜੂ, ਜੇ ਦੂਜੇ ਕੋਲੇ ਵਗ ਜਾਂਗੇ ਫਿਰ ਤੀਜਾ ਆ ਜੂ। ਕਿੰਨੇ ਗਰੁੱਪ ਹੈ, ਕੀ ਕੁਛ ਚੱਲੀ ਜਾਂਦਾ ਹੈ। ਇਹ ਭਰਾ ਮਾਰੂ ਜੰਗ ਹੈ ਭਰਾਵੋ। ਦੇਖੋ ਨਾ ਕੋਈ ਲੀਡਰ ਮਰੇ, ਨਾ ਕੋਈ ਗੈਂਗਸਟਰ ਮਰੇ, ਮਰਦੇ ਕਿਹਦੇ ਆ? ਸਾਡੇ ਆਮ ਘਰਾਂ ਦੇ ਜਵਾਕ। ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ ਅਸੀਂ ਸਿੱਧੂ ਦਾ ਬਦਲਾ ਲੈ ਲਿਆ, ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ, ਕੱਲ੍ਹ ਨੂੰ ਕਿਸੇ ਦਾ ਹੋਰ ਲੈ ਲੈਣਗੇ। ਭਾਈ ਤੁਸੀਂ ਆਪਸ 'ਚ ਬਦਲੇ ਕਿਉਂ ਨਹੀਂ ਲੈਂਦੇ? ਸਾਡੇ ਘਰ ਕਿਉਂ ਪੜਦੇ ਹੋ? ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ? ਮੇਰੀ ਤਾਂ ਜਾੜੀ ਪੱਟਤੀ ਹੈ, ਮੇਰੇ ਕੋਲੇ ਬਚਿਆ ਕੀ ਹੈ? ਯਕੀਨ ਮੰਨਿਓ ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ। ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ 1.25 ਰੁਪਈਆ ਫੀਸ ਨਹੀਂ ਮਿਲੀ। ਸ਼ੁੱਕਰਵਾਰ ਤੱਕ ਸਕੂਲ ਜਾਂਦਾ, ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢਾਉਂਦਾ। ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ। ਅੱਜ ਸਿੱਧੂ ਦੀ ਚੜ੍ਹਾਈ ਵੇਖ ਲਈ, ਅੱਜ ਉਹਨੂੰ ਮਾਰਨ ਤੁਰਦੇ, ਔਰ 50-60 ਬੰਦੇ ਉਹਨੂੰ ਮਾਰਨ ਤੇ ਲੱਗੇ। ਸਾਡੇ ਗੱਲ ਚੇਤੇ ਵਿੱਚ ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ, ਮੈਂ ਕੀ ਵੋਟਾਂ 'ਚੋਂ ਲੈਣਾ ਸੀ? ਮੈਂ ਕੀ ਉਹਦੇ 'ਚੋਂ? ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ, 8 ਵਾਰ ਹੱਥ ਮਿਲਾ ਕੇ ਤੁਰ ਗਏ, ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਉਹਨਾਂ ਨੇ GRE ਪਿਆ ਵੀ ਤੇ ਫੈਰ ਕਰ ਦਿੱਤੀ। ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ? ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ, ਮੈਨੂੰ ਹਾਰ ਤੋਂ ਨਹੀਂ, ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੰਗਾ। ਚਲੋ ਮਾਲਕ ਦੀ ਕਿਰਪਾ ਰਹੀ, ਆਪਾਂ ਪਤਾ ਲੱਗਦਾ ਰਿਹਾ, ਆਪਾਂ ਉਹ 'ਚ ਬਚ ਗਏ। ਪਰ ਉਹਨਾਂ ਨੇ ਮੇਰਾ ਖਹਿੜਾ ਫਿਰ ਵੀ ਨਹੀਂ ਛੱਡਿਆ। ਰਹਿੰਦੀ ਖੂੰਹਦੀ ਸਰਕਾਰ ਨੇ ਕੱਢਤੀ ਭਰਾਵੋ। ਸਿਕਿਉਰਿਟੀ ਵੀ ਵਾਪਸ ਲੈ ਲਈ, ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ ਮੂਸੇ ਵਾਲੀ ਦੇ ਡੇਰਾ ਸਵਾਮੀ ਜੀ ਸਿਕਿਉਰਿਟੀ ਵਾਪਸ ਲੈ ਲਈ। ਜਦ ਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ ਸੀ। ਸਭ ਦੇ ਗਨਮੈਨ ਵਾਪਸ ਮੰਗਾਏ, 2-2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ। ਉਹ ਆ ਜਿਹੜੇ ਮੁੰਡੇ ਖੜੇ ਆ ਇਹਨਾਂ 'ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇ ਵਾਪਸ ਕਰ ਲਿਆ।
ਕਿਸੇ ਦੀ ਸਿਕਿਉਰਿਟੀ ਬਾਈ ਨੇਮ ਵਾਪਸ ਨਹੀਂ ਹੋਈ, ਸਾਡੀ ਹੋਈ ਕੱਲੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ। ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗਾ, ਉਹਨੇ ਗੱਡੀ ਦਾ ਗੇਅਰ ਲਾਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ, ਮੁੱਕਣੀਆਂ ਨਹੀਂ। ਜਿੰਨੀ ਜੋਗਾ ਹਾਂ, ਜਿੰਨੀ ਕੁ ਪ੍ਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇ 1 ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਹੀ ਹਾਂ। ਬਸ ਇੱਕ ਇਹ ਹੈ, ਜੇ ਮੈਂ ਘਰੇ ਬਹਿਣਾ ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਜਦੋਂ ਮੈਂ ਤੁਹਾਡੇ 'ਚ ਆ ਜਾਂਦਾ, ਗੱਲੀ ਬਾਤੀ ਮਾੜਾ ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ। ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦੇ, ਜਾ ਕੇ ਨੀਂਦ ਆ ਜਾਂਦੀ ਹੈ। ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ, ਜ਼ਿੰਦਗੀ ਕਿਵੇਂ ਰੁੜੂਗੀ ਹਾਲੇ ਮੈਨੂੰ ਵੀ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ ਮੈਨੂੰ ਆਪ ਵਾਂਗੂ, ਲੋਕਾਂ ਵਾਂਗੂ ਮੈਂ ਵੀ ਤੁਹਾਡੇ ਕੋਲ ਜਿੰਨਾ ਵੀ ਆਪਾਂ ਇਕੱਠਾ ਕਰਕੇ ਦੁਬਾਰੇ ਸਟਾਰਟ ਕਰ ਸਕਦੇ, ਆਪਦੀ ਪੂਰੀ ਵਾਹ ਲਾਊਂਗਾ ਕਿ ਤੁਹਾਡੇ ਨਾਲ ਜਿਵੇਂ ਸਿੱਧੂ ਚਾਹੁੰਦਾ ਸੀ, ਜੋ ਕੁਛ ਉਹਦੇ ਮਨ ਦੇ ਬਲਬਲੇ ਸੀ ਜਾਂ ਮੇਰੇ ਨਾਲ ਸਾਂਝੇ ਕਰਦਾ ਸੀ। ਆਪਾਂ ਜੇ ਕਰਾਂਗੇ, ਆਪਾਂ ਉਹ ਕਰਾਂਗੇ। ਆਪਾਂ ਇਲੈਕਸ਼ਨ ਹਾਰੇ ਵੀ, ਪਰ ਹਾਰਨ ਤੋਂ ਬਾਅਦ ਵੀ ਉਹ ਹਤਾਸ਼ ਤਾਂ ਹੋਇਆ ਇੱਕ ਵਾਰ। ਉਸ ਤੋਂ ਬਾਅਦ ਦੁਬਈ ਗਿਆ, ਦੁਬਈ ਸ਼ੋਅ ਲਾ ਕੇ ਆਇਆ ਦੁਬਾਰੇ। ਮੈਨੂੰ ਸਮਝਾਉਣ ਲੱਗ ਗਿਆ, ਕਹਿੰਦਾ ਤੁਸੀਂ ਦਿਮਾਗ 'ਤੇ ਨਾ ਵਜਨ ਪਾਇਓ ਵੀ ਆਪਾਂ ਇਹਨਾਂ ਖਰਚ ਵੀ ਕਰਤਾ ਅਤੇ ਆਪਾਂ ਹਾਰ ਵੀ ਗਏ। ਆਪਾਂ ਇਸ ਤੋਂ ਬਾਅਦ ਇਲੈਕਸ਼ਨ ਹੀ ਲੜਨੀ, ਔਰ ਆਪਾਂ ਇਲੈਕਸ਼ਨ ਲੜਨਾ ਇਹਦੇ ਬਰਾਬਰ ਜ਼ਰੂਰ ਖੜਿਆ ਕਰਾਂਗੇ। ਕਿਉਂਕਿ ਕੁਛ ਲੋਕਾਂ ਦਾ ਵਤੀਰਾ ਉਹਨੇ ਨੋਟ ਕੀਤਾ, ਉਹ ਹਾਲੇ ਕਾਗਜ਼ ਵਰਗਾ ਕੋਰਾ ਸੀ ਉਹ, ਕਿਉਂਕਿ +2 ਤੱਕ ਪੜ੍ਹਦਾ ਰਿਹਾ। ਉਹਨੂੰ ਸਮਾਜਿਕ ਉਣਤਾਈਆਂ ਦਾ ਵੀ, ਪੋਲੀਟਿਕਸ ਦੇ ਵਿੱਚ ਕੀ ਚੱਲਦਾ ਇੰਨਾ ਉਹਨੂੰ ਗਿਆਨ ਨਹੀਂ ਸੀ। ਪਰ ਉਹਨੇ ਇਲੈਕਸ਼ਨ ਦੇ ਵਿੱਚ ਜੋ ਕੁਛ ਵੇਖਿਆ, ਜਿਹੜਾ ਮੌਜੂਦਾ ਸਿਸਟਮ ਹੈ, ਉਹਨੂੰ ਸ਼ਾਇਦ ਪੂਰਾ ਵਧੀਆ ਨਹੀਂ ਲੱਗਿਆ। ਉਹ ਵੀ ਯਾਰ ਲੋਕ ਯਕੀਨ ਨਹੀਂ ਕਰਦੇ, ਜਿਹੜੀ ਗੱਲ ਮੈਂ ਕਹਿੰਦਾ ਉਹਨੂੰ। ਮਤਲਬ ਅਸੀਂ ਥਾਈਆਂ 'ਤੇ ਜਾਂ ਨਿੱਕੀ ਮੋਟੀ ਗਲੀ ਕੂਚਿਆਂ 'ਤੇ ਖੜ੍ਹੇ ਹਾਂ ਹਾਲੇ ਤੱਕ। ਉਹ ਚਾਹੁੰਦਾ ਸੀ ਵੀ ਮੇਥੋਂ ਇਹ ਘੱਟੋ ਘੱਟ ਜੇ ਮੰਗਣ ਤਾਂ ਕੋਈ ਕੈਂਸਰ ਹਸਪਤਾਲ ਮੰਗਣ, ਜਾਂ ਕੋਈ ਕਾਲਜ ਮੰਗਣ, ਯੂਨੀਵਰਸਿਟੀ ਮੰਗਣ, ਵੀ ਜਿੱਥੋਂ ਮੇਰੇ ਪਰਿਵਾਰ 'ਤੇ ਲਾ ਲਓ ਤੁਸੀਂ। ਮੈਂ ਇੱਕ ਲੇਬਰ ਕਲਾਸ ਦਾ ਬੰਦਾ, ਨੀਚੇ 40 ਸਾਲ ਮੇਰੀ ਮਾਂ ਨੇ ਸਟਰਗਲ ਕੀਤੀ, 30-35 ਸਾਲ ਮੇਰੀ ਲਾਈਫ ਦੇ ਮੈਂ ਪੂਰਾ ਐਨ ਘੁਲਿਆ, ਪਰ ਪੈਰ ਪੂਰੇ ਨਹੀਂ ਆਏ ਜਦ। ਪਰ ਜੇ ਗੁਰਬਤ 'ਚੋਂ ਕੱਢਿਆ ਤਾਂ ਐਜੂਕੇਸ਼ਨ ਨੇ ਕੱਢਿਆ। ਅਸੀਂ ਦੋਨੇ ਭਰਾ ਹੌਲੀ ਹੌਲੀ ਗੌਰਮੈਂਟ ਜੋਬ 'ਚ ਆ ਗਏ। ਅਸੀਂ ਅੱਗੇ ਆਪਦੀ ਅਗਲੀ ਪੀੜ੍ਹੀ ਨੂੰ, ਕੋਈ B.Tech, ਕੋਈ ਇਲੈਕਟ੍ਰੀਕਲ, ਕੋਈ ਸਾਰੇ 5 ਜਵਾਕ ਆ ਸਾਡੇ। ਅੱਜ 5 ਇੰਜੀਨੀਅਰ ਸੀਗੇ, ਚਲੋ ਇੱਕ ਤਾਂ ਚਲਾ ਗਿਆ, 4 ਰਹਿ ਗਏ। ਨੂੰਹਾਂ ਪੁੱਤ ਸਾਰੇ ਇੰਜੀਨੀਅਰ ਨੇ। ਯਾਨੀ ਜੇ ਦਸ਼ਾ ਪਰਿਵਾਰ ਦੀ ਬਦਲੀ ਤਾਂ ਐਜੂਕੇਸ਼ਨ ਤੋਂ ਬਦਲੀ। ਬਾਕੀ ਦਾ ਬੰਦਾ ਮਾੜਾ ਖਾ ਕੇ ਵੀ ਟਾਈਮ ਪਾਸ ਕਰ ਲੈਂਦਾ, ਮਾੜਾ ਹੰਢਾ ਕੇ ਵੀ ਟਾਈਮ ਪਾਸ ਕਰ ਲੈਂਦਾ। ਘੱਟ ਸਹੂਲਤਾਂ ਨਾਲ ਵੀ ਜ਼ਿੰਦਗੀ ਜੂਈ ਜਾਂਦੀ ਹੈ। ਬੰਦਾ 100 AC 'ਚ ਵੀ ਜਾਂਦਾ, 100 ਫਰਾਟਾ ਪੱਖਾ ਲਾ ਕੇ ਵੀ ਜਾਂਦਾ। ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਂਦਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਉਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਹੈ, ਆਪਾਂ ਨੂੰ ਵੋਟ ਕੌਣ ਪਾਊਗਾ? ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਵੀ ਬੋਲ ਜਾਂਦੇ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਤੇ ਹੋਇਆ ਦੇਖੋ ਆਪਣੇ ਨਜਾਇਜ਼ ਧੱਕਾ। ਮੈਂ ਉਹਦੇ ਭੋਗ 'ਤੇ ਵੀ ਬੇਨਤੀ ਕਰੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹੇ ਸੀ ਵੀ ਮੇਰੇ ਪਰਿਵਾਰ ਦਾ ਕਿਸੇ ਦੀ ਜਾਨ ਲੈਣ ਨਾਲ ਜਾਂ ਕਿਸੇ ਮਾੜੇ ਬੰਦੇ ਨਾਲ ਸੰਪਰਕ ਹੋਵੇ, ਮੈਂ ਕਹਿੰਦਾ ਸਾਨੂੰ ਨਰਕਾਂ ਦੇ ਵਿੱਚ ਢੋਈ ਨਾ। ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ 'ਚੋਂ